ਉਹ ਕਹਿੰਦੇ ਤੁਸੀਂ ਲੋਕ ਦੇਖੋਗੇ ਚੌੜ 'ਚ ਸਿਰ ਦੁਖ ਰਿਹਾ ਜੀ, ਪੈਰਾਸਟਾਮੋਲ ਖਾ ਲਓ, ਸਰੀਰ ਟੁੱਟ ਰਿਹਾ ਜੀ, ਪੈਰਾਸਟਾਮੋਲ ਖਾ ਲਓ। ਉਹ ਪਿੰਡਾਂ ਦੀ ਦੁਕਾਨਾਂ 'ਤੇ ਅਵੇਲੇਬਲ ਸੀ, ਲੋਕ ਖਾਈ ਜਾਂਦੇ ਜੀ, ਬੱਲਿਆ ਐਨਾਸੀਨ ਦਾ ਪੱਤਾ ਦੇ। ਅੱਜ ਕੱਲ੍ਹ ਵੀ ਉਹ ਬੱਸਾਂ 'ਚ ਹਰੇ ਪੱਤੇ ਵਾਲੀ ਗੋਲੀਆਂ ਵਿਕਦੀਆਂ ਨੇ, 10-10 ਰੁਪਏ ਦਾ ਪੱਤਾ। ਉਹ ਡੰਗਰਾਂ 'ਚ ਬੈਨ ਹੈ, ਉਹ ਥੋੜਾ 10 ਦਾ ਪੱਤਾ ਵਿਕ ਰਿਹਾ ਨਾ ਹਰੇ ਪੱਤੇ ਵਾਲਾ, ਡੰਗਰਾਂ 'ਚ ਬੈਨ ਕੀਤੀ ਹੋਈ ਆ। ਉਹ ਡੰਗਰਾਂ ਨੂੰ ਨਹੀਂ ਦੇਣੀ, ਬੰਦਿਆਂ ਨੂੰ ਦੇਈ ਜਾਂਦੇ। ਦੇਖੋ ਇੱਕ ਦਵਾਈ ਡੰਗਰਾਂ 'ਚ ਬੈਨ ਹੈ, ਮੱਝ ਨੂੰ ਤੁਸੀਂ ਦੇ ਸਕਦੇ, ਗਾਂ ਨੂੰ ਨਹੀਂ ਦੇ ਸਕਦੇ, ਬੰਦੇ ਨੂੰ ਦੇ ਰਹੇ। ਕੁਦਰਤ ਦਾ ਅੰਦਰਲਾ ਡਾਕਟਰ ਸੀ, ਉਹਨੂੰ ਫੇਲ ਕਰਤਾ ਤੁਸੀਂ ਲਾਮਤ ਦਬਾ ਕੇ। ਅਤੇ ਤੀਜਾ ਨੁਕਸਾਨ ਕੀ ਹੋਏਗਾ, ਉਹਦੇ ਰਿਐਕਸ਼ਨ ਹੋਏਗਾ ਪੂਰੀ ਦੁਨੀਆ ਦੇ ਵਿੱਚ। ਹਾਰਟ ਅਟੈਕ ਤੋਂ ਬਾਅਦ, ਬ੍ਰੇਨ ਸਟ੍ਰੋਕ ਤੋਂ ਬਾਅਦ ਅਤੇ ਕੈਂਸਰ ਤੋਂ ਬਾਅਦ ਚੌਥਾ ਸਭ ਤੋਂ ਵੱਡਾ ਮੌਤਾਂ ਦਾ ਕਾਰਨ ਦਵਾਈਆਂ ਨੇ, ਦਵਾਈਆਂ ਦੇ ਰਿਐਕਸ਼ਨ। ਲੱਖਾਂ ਲੋਕ ਮਰਦੇ ਆ ਦੁਨੀਆ 'ਚ, ਲੱਖਾਂ ਹਰ ਸਾਲ, ਹਜ਼ਾਰਾਂ ਨਹੀਂ ਲੱਖਾਂ। ਅਸੀਂ ਧੱਕੇ ਨਾਲ ਓਵਰਡੋਜ਼ ਦਿੰਦੇ ਹਾਂ, ਡਬਲ ਡੋਜ਼ ਦੇਤੀ ਤਾਂ ਕਿ ਸਰੀਰ ਨੂੰ ਅਸੀਂ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਜਿਹਨੂੰ ਜਿੰਨੇ ਸਰੀਰ ਆਫਟਰ ਆਲ ਉਹਨੂੰ ਖਤਮ ਕਰਦਾ ਟਾਈਮ ਲੱਗੇਗਾ ਨਾ, ਤਦ ਤੱਕ ਉਹ ਆਪਣਾ ਕੰਮ ਕਰ ਜਾਂਦੀ ਹੈ, ਬੁਖਾਰ ਉਤਾਰ ਦਿੰਦੀ ਹੈ। ਧੋਖਾ ਤਾਂ ਅਸੀਂ ਦੇ ਕੇ ਅਸੀਂ ਤਾਂ ਆਪਣੇ ਆਪ ਨੂੰ ਬੜੇ ਸਮਾਰਟ ਸਮਝ ਲਿਆ ਵੀ ਅਸੀਂ ਬੜੇ ਸਮਾਰਟ ਹਾਂ, ਲੇਕਿਨ ਕੀ ਹੋਇਆ, ਧੋਖਾ ਸਾਡੇ ਨਾਲ ਹੀ ਹੋ ਗਿਆ। ਬਾਕੀ ਸਾਡੇ ਜਿਹੜੇ ਸਾਰੇ ਸਿਸਟਮ ਨੇ, ਸਾਰੇ ਹੋਮੋਪੈਥੀ, ਆਯੁਰਵੇਦਾ, ਨੈਚੁਰੋਪੈਥੀ, ਯੋਗਾ, ਇਹ ਸਾਰੇ ਕਹਿੰਦੇ ਆ ਕਿ ਅਲਾਮਤਾਂ ਨੂੰ ਦਬਾਓ ਨਾ। ਉਸ ਮਾਮਲੇ 'ਚ ਉਹ ਜ਼ਿਆਦਾ ਵਿਗਿਆਨਕ ਨੇ, ਕਿਉਂਕਿ ਦਬਾਉਣਾ ਜਿਹੜਾ ਹੈ ਉਹ ਕੁਦਰਤ ਤੋਂ ਹਥਿਆਰ ਖੋਹਣੇ ਨੇ। ਕੁਦਰਤ ਅਲਾਮਤਾਂ ਪੈਦਾ ਕਰਕੇ ਤੁਹਾਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੁੰਦੀ ਹੈ। ਬਸ ਸਪੋਜ਼ ਕੁਦਰਤ ਨੇ ਤੁਹਾਨੂੰ ਛਿੱਕਾਂ ਲਾਈਆਂ ਨੇ, ਤਾਂ ਛਿੱਕਾਂ ਜਦੋਂ ਲੱਗਦੀਆਂ ਨੇ ਤੁਹਾਨੂੰ, ਤਾਂ ਕੁਦਰਤ ਨਾਲ ਦੀ ਨਾਲ ਉਹਨੂੰ ਅੰਦਰ ਇੱਕ ਪ੍ਰੋਸੈਸ ਚੱਲਦਾ ਹੈ ਕਿ ਛਿੱਕਾਂ ਦੀ ਜੜ੍ਹ ਕਿੱਥੇ ਹੈ, ਤਾਂ ਉਹ ਜੜ੍ਹ 'ਤੇ ਕੰਮ ਕਰਨਾ ਸ਼ੁਰੂ ਕਰ ਦਿੰਦੀ ਕੁਦਰਤ ਨਾਲ ਦੀ ਨਾਲ ਹੀ, ਵੀ ਇਹ ਜੜ੍ਹ ਨੂੰ ਕੱਟੋ। ਕਿ ਫੰਕਸ਼ਨ ਠੀਕ ਕਰਨਾ ਹੈ, ਪੈਥੀਆਂ ਪੁੱਥੀਆਂ ਨੂੰ ਭੁੱਲ ਜਾਓ। ਜਿਹੜਾ ਬੰਦਾ ਜਿਹਨੂੰ ਇਹ ਸਿਸਟਮ ਪਤਾ, ਫੰਕਸ਼ਨਲ ਮੈਡੀਸਨ ਆਉਂਦੀ ਹੈ, ਉਹਨੂੰ ਸਾਰੀ ਪੈਥੀਆਂ ਦੀ ਸਮਝ ਹੋਊਗੀ ਥੋੜ੍ਹੀ ਥੋੜ੍ਹੀ। ਉਹਨੂੰ ਐਲੋਪੈਥੀ ਦੀ ਵੀ ਸਮਝ ਹੋਊਗੀ, ਉਹਨੂੰ ਹੋਮੋਪੈਥੀ ਦੀ ਵੀ ਹੋਊਗੀ, ਨੈਚੁਰੋਪੈਥੀ ਦੀ ਵੀ ਹੋਊਗੀ। ਉਹਨੂੰ ਇਹ ਪਤਾ ਹੋਊਗਾ ਵੀ ਜਿਹੜਾ ਮੇਰੇ ਸਾਹਮਣੇ ਮਰੀਜ਼ ਬੈਠਾ ਹੈ, ਇਹਨੂੰ ਮੈਂ ਕਿਹੜੀ ਚੀਜ਼ ਦੇਵਾਂ। ਉਹ ਇਹ ਨਹੀਂ ਸੋਚੇਗਾ ਵੀ ਮੇਰੀ ਪੈਥੀ ਦੇ ਹਿਸਾਬ ਨਾਲ ਤਾਂ ਸਿਰਫ ਆਹੀ ਹੈ। ਉਹ ਪੈਥੀਆਂ ਦਾ ਠੇਕੇਦਾਰ ਨਹੀਂ ਹੋਏਗਾ, ਜਾਂ ਪੈਥੀਆਂ ਦਾ ਗੁਲਾਮ ਨਹੀਂ ਹੋਏਗਾ। ਉਹ ਕਾਹਦਾ ਗੁਲਾਮ ਹੈ, ਕਾਹਦੇ ਹਿਸਾਬ ਨਾਲ ਹੈ ਕਿ ਮਰੀਜ਼ ਨੂੰ ਠੀਕ ਕਰਨਾ ਹੈ। ਹੁਣ ਉਹਦੇ ਹਿਸਾਬ ਨਾਲ ਉਹਨੂੰ ਡਾਈਟ ਕੀ ਦੱਸਣੀ ਹੈ, ਵਰਜਿਸ਼ ਕੀ ਦੱਸਣੀ ਹੈ, ਉਹਨੂੰ ਕੋਈ ਖੁਸ਼ ਕਿਵੇਂ ਰਹਿਣਾ ਉਹ ਕਿਵੇਂ ਦੱਸਣਾ ਹੈ, ਕੋਈ ਜੜੀ ਬੂਟੀ ਦੇਣੀ ਉਹ ਕਿਵੇਂ ਦੇਣੀ ਹੈ, ਕੋਈ ਐਲੋਪੈਥੀ ਦਵਾਈ ਦੀ ਲੋੜ ਹੈ ਤਾਂ ਉਹ ਕਿਵੇਂ, ਉਹਨੂੰ ਸਾਰਾ ਕੁਝ ਹੀ ਪਤਾ ਹੈ। ਜੋ ਹੈ ਫੰਕਸ਼ਨਲ ਮੈਡੀਸਨ। तो फंक्शनल मेडिसिन पूरी दुनिया 'ਚ ਡਿਵੈਲਪ हो रही है और आने वाला ਜਿਹੜਾ ਭਵਿੱਖ ਹੈ, ਆਉਣ ਵਾਲੇ ਸਮੇਂ 'ਚ ਇੱਕ ਮੈਡੀਕਲ ਕਾਲਜਾਂ 'ਚ ਵੀ ਇੱਦਾਂ ਹੀ ਆਏਗੀ। ਮੈਡੀਕਲ ਕਾਲਜਾਂ 'ਚ ਡਿਪਾਰਟਮੈਂਟ ਦੇ ਤੌਰ 'ਤੇ ਆਉਣਗੇ, ਜਿਵੇਂ ਡਿਪਾਰਟਮੈਂਟ ਬਾਕੀ ਨੇ, ਉਹਦਾ ਇੱਕ ਡਿਪਾਰਟਮੈਂਟ ਆ ਜਾਏਗਾ, ਡਿਪਾਰਟਮੈਂਟ ਆਫ ਫੰਕਸ਼ਨਲ ਮੈਡੀਸਨ। ਵੀ ਭਾਈ ਜਿਹਨੇ ਉੱਧਰ ਜਾਣਾ ਉੱਧਰ ਚੱਲ ਜਾਓ, ਜਿਹਨੇ ਇੱਧਰ ਆਉਣਾ ਇੱਧਰ ਆ ਜਾਓ, ਫੰਕਸ਼ਨਲ ਮੈਡੀਸਨ ਵੱਲ ਆ ਜਾਓ। ਤਾਂ ਫੰਕਸ਼ਨਲ ਮੈਡੀਸਨ ਆਉਣ ਵਾਲੇ ਸਮੇਂ ਸਭ ਤੋਂ ਪਾਪੂਲਰ ਡਿਪਾਰਟਮੈਂਟ ਹੋਣ ਜਾ ਰਿਹਾ, ਕਿਉਂਕਿ ਇਹ ਜੜ੍ਹ ਨੂੰ ਫੜਦਾ ਕਿ ਉਸ ਬੰਦੇ ਦੀ ਬਿਮਾਰੀ ਦੀ ਜੜ੍ਹ ਕਿੱਥੇ ਆ, ਅਤੇ ਜੜ੍ਹ ਜਿਹੜੀ ਫੜ ਕੇ ਉਹ ਫਿਰ ਠੀਕ ਕਰਦਾ ਉਹਨੂੰ। ਇਹ ਇਕੱਲਾ ਅਲਾਮਤਾਂ ਨੂੰ ਨਹੀਂ ਦਬਾਉਂਦਾ। ਵੈਸੇ ਤਾਂ ਐਲੋਪੈਥੀ ਨੂੰ ਛੱਡ ਕੇ ਅਲਾਮਤਾਂ ਨੂੰ ਕੋਈ ਵੀ ਸਿਸਟਮ ਨਹੀਂ ਦਬਾਉਂਦਾ। ਇਕੱਲਾ ਇੱਕ ਐਲੋਪੈਥੀ ਸਿਸਟਮ ਇਹੋ ਜਿਹਾ ਜਿਹੜਾ ਦਰਦ ਦੇ ਖਿਲਾਫ ਦਵਾਈ ਹੈ, ਉਹ ਜੇ ਚਿੰਤਾ ਹੋ ਗਈ ਉਹਦੀ ਵੀ ਦਵਾਈ ਹੈ, ਜੇ ਡਿਪਰੈਸ਼ਨ ਹੋ ਗਿਆ ਉਹਦੀ ਵੀ ਦਵਾਈ ਹੈ, ਜੇ ਛਿੱਕਾਂ ਲੱਗ ਗਈਆਂ ਉਹਦੀ ਦਵਾਈ ਹੈ, ਖੰਘ ਲੱਗ ਗਈ ਉਹਨੂੰ ਦਬਾਓ, ਬੁਖਾਰ ਹੋ ਗਿਆ ਉਹਨੂੰ ਤਾਰ ਦਿਓ। ਤਾਂ ਜਿਹੜਾ ਅਲਾਮਤਾਂ ਨੂੰ ਦਬਾਉਂਦਾ ਹੈ ਉਹ ਸਿਰਫ ਇਕੱਲਾ ਐਲੋਪੈਥੀ ਹੈ। ਬਾਕੀ ਸਾਡੇ ਜਿਹੜੇ ਸਾਰੇ ਸਿਸਟਮ ਨੇ, ਸਾਰੇ ਹੋਮੋਪੈਥੀ, ਆਯੁਰਵੇਦਾ, ਨੈਚੁਰੋਪੈਥੀ, ਯੋਗਾ, ਇਹ ਸਾਰੇ ਕਹਿੰਦੇ ਆ ਕਿ ਅਲਾਮਤਾਂ ਨੂੰ ਦਬਾਓ ਨਾ। ਉਸ ਮਾਮਲੇ 'ਚ ਉਹ ਜ਼ਿਆਦਾ ਵਿਗਿਆਨਕ ਨੇ, ਕਿਉਂਕਿ ਦਬਾਉਣਾ ਜਿਹੜਾ ਹੈ ਉਹ ਕੁਦਰਤ ਤੋਂ ਹਥਿਆਰ ਖੋਹਣੇ ਨੇ। ਕੁਦਰਤ ਅਲਾਮਤਾਂ ਪੈਦਾ ਕਰਕੇ ਤੁਹਾਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੁੰਦੀ ਹੈ। ਬਸ ਸਪੋਜ਼ ਕੁਦਰਤ ਨੇ ਤੁਹਾਨੂੰ ਛਿੱਕਾਂ ਲਾਈਆਂ ਨੇ, ਤਾਂ ਛਿੱਕਾਂ ਜਦੋਂ ਲੱਗਦੀਆਂ ਨੇ ਤੁਹਾਨੂੰ, ਤਾਂ ਕੁਦਰਤ ਨਾਲ ਦੀ ਨਾਲ ਉਹਨੂੰ ਅੰਦਰ ਇੱਕ ਪ੍ਰੋਸੈਸ ਚੱਲਦਾ ਕਿ ਛਿੱਕਾਂ ਦੀ ਜੜ੍ਹ ਕਿੱਥੇ ਹੈ, ਤਾਂ ਉਹ ਜੜ੍ਹ 'ਤੇ ਕੰਮ ਕਰਨਾ ਸ਼ੁਰੂ ਕਰ ਦਿੰਦੀ ਕੁਦਰਤ ਨਾਲ ਦੀ ਨਾਲ ਹੀ, ਵੀ ਇਹ ਜੜ੍ਹ ਨੂੰ ਕੱਟੋ। ਵੀ ਇਸ ਜਿਹੜਾ ਇਨਸਾਨ ਹੈ, ਜੀਵ ਹੈ, ਇਹ ਤੰਗ ਹੋ ਰਿਹਾ, ਤਾਂ ਇਹਦੀ ਜੜ੍ਹ ਕੱਟ ਕੇ ਛਿੱਕਾਂ ਕਿਉਂ ਆ ਰਹੀਆਂ ਨੇ, ਉਹਦੀ ਜੜ੍ਹ ਤੋਂ ਹੀ ਉਹਨੂੰ ਫੜੋ। ਤਾਂ ਉਹ ਕੰਮ ਕਰ ਰਹੀ ਹੁੰਦੀ ਹੈ। ਜਦੋਂ ਅਸੀਂ ਛਿੱਕਾਂ ਵਾਲੀ ਦਵਾਈ ਦੇ ਕੇ ਦਬਾਤੀਆਂ ਛਿੱਕਾਂ, ਤਾਂ ਅਸੀਂ ਕੀ ਕੀਤਾ, ਜਿਹੜਾ ਉਹ ਜੜ੍ਹ ਵਾਲਾ ਕੰਮ ਚੱਲ ਰਿਹਾ ਸੀਗਾ ਉਹਨੂੰ ਅਸੀਂ ਰੋਕਤਾ।
ਤਾਂ ਉਲਟਾ ਨੁਕਸਾਨ ਕਰ ਲਿਆ ਆਪਣਾ। ਜਦੋਂ ਅਸੀਂ ਛਿੱਕਾਂ ਦਬਾਤੀਆਂ ਤਾਂ ਉਲਟਾ ਅਸੀਂ ਆਪਣਾ ਨੁਕਸਾਨ ਕਰ ਲਿਆ, ਕਿਉਂਕਿ ਜਿਹੜਾ ਸਾਨੂੰ ਕੁਦਰਤ ਨੇ ਸਰੀਰ ਨੇ ਠੀਕ ਕਰਨਾ ਸੀ ਅੰਦਰੋਂ ਜੜ ਤੋਂ, ਉਹ ਗੱਲ ਖਤਮ ਹੋ ਗਈ। ਉਹਦਾ ਹਥਿਆਰ ਖੋਲ੍ਹਿਆ ਸੀ। ਹਥਿਆਰ ਕੀ ਸੀ ਉਹਦਾ? ਅਲਾਮਤ। ਚਾਹੇ ਉਹ ਛਿੱਕਾਂ ਨੇ, ਚਾਹੇ ਉਹ ਖੰਘ ਹੈ, ਚਾਹੇ ਉਹ ਬੁਖਾਰ ਹੈ, ਚਾਹੇ ਉਹ ਖਾਰਿਸ਼ ਖੁਜਲੀ ਹੈ, ਚਾਹੇ ਉਹ ਦਰਦ ਹੈ, ਚਾਹੇ ਉਹ ਚਿੰਤਾ ਹੈ, ਅਤੇ ਚਾਹੇ ਡਿਪਰੈਸ਼ਨ ਹੈ। ਇਹ ਸਾਰੀਆਂ ਕੀ ਨੇ? ਇਹ ਅਲਾਮਤਾਂ ਨੇ ਕਿ ਸਭ ਕੁਛ ਠੀਕ ਠਾਕ ਨਹੀਂ ਹੈ, ਕਿ ਕੋਈ ਗੜਬੜ ਹੈ। ਗੜਬੜ ਹੈ। ਉਹ ਗੜਬੜ ਦਾ ਮੈਸੇਜ ਕੁਦਰਤ ਵੀ ਰਿਸੀਵ ਕਰਦੀ। ਸਾਡੇ ਅੰਦਰ ਜਿਹੜੀ ਸਾਰਾ ਸਿਸਟਮ ਬੈਠਾ ਹੈ, ਸਾਡੇ ਅੰਦਰ ਇੱਕ ਪਰਮਾਤਮਾ ਬੈਠਾ ਹੈ, ਕੁਦਰਤ ਬੈਠੀ ਹੈ, ਕੋਈ ਸ਼ਕਤੀ ਬੈਠੀ ਹੈ ਜਿਹੜੀ ਸਾਡੇ ਨਾਲੋਂ ਬਹੁਤ ਜ਼ਿਆਦਾ ਸਿਆਣੀ ਹੈ। ਸਾਡੀ ਬੁੱਧੀ ਉਹਦਾ ਜਸਟ ਥੋੜ੍ਹਾ ਜਿਹਾ ਹਿੱਸਾ ਹੈ, ਉਸੇ ਦਾ ਇੱਕ ਹਿੱਸਾ ਰੂਪ ਹੈ। ਲੇਕਿਨ ਉਹ ਸਾਡੀ ਬਹੁਤੀ ਬੁੱਧੀ ਜਿਹੜੀ ਹੈ ਉਹ ਸਾਡੇ ਨੋਟਿਸ 'ਚ ਵੀ ਨਹੀਂ ਆਉਂਦੀ, ਉਹ ਆਪਣੇ ਆਪ ਕੰਮ ਕਰਦੀ ਰਹਿੰਦੀ ਹੈ। ਤਾਂ ਉਹ ਕੰਮ ਕਰ ਰਹੀ ਹੁੰਦੀ ਹੈ। ਉਹ ਜਿਹੜੀ ਕੰਮ ਕਰਦੀ ਹੈ ਤਾਂ ਅਲਾਮਤਾਂ ਦੇ ਰਾਹੀਂ ਕਰਦੀ ਹੈ। ਬੁਖਾਰ ਸਾਡਾ ਸਭ ਤੋਂ ਵਧੀਆ ਦੋਸਤ ਹੈ, ਜਿਹਨੂੰ ਦੇ ਕੇ ਅਸੀਂ ਡੋਲੋ ਅਸੀਂ ਮਸ਼ਹੂਰ ਕੀਤੀ ਹੈ। ਔਰ ਡੋਲੋ ਵੀ 650 ਤੋਂ ਘੱਟ ਨਹੀਂ, 650 325 ਤੋਂ ਸ਼ੁਰੂ ਹੋਈ ਸੀ। ਜਦੋਂ ਮੈਂ MBBS ਕਰਕੇ ਨਿਕਲਿਆ ਸੀਗਾ ਤਾਂ ਪੈਰਾਸਟਾਮੋਲ 325 ਦਿੰਦੇ ਹੁੰਦੇ ਸੀ ਅਸੀਂ। ਅੱਜ 650 ਡਬਲ ਹੋ ਗਈ 50 ਸਾਲਾਂ 'ਚ। ਕਿਉਂ ਡਬਲ ਹੋ ਗਈ? ਕਿਉਂਕਿ ਕੁਦਰਤ ਨੇ ਉਹ ਮੈਸੇਜ ਰਿਸੀਵ ਕੀਤਾ ਵੀ ਇਹ ਜ਼ਹਿਰ ਹੈ, ਇਹਨੂੰ ਖਤਮ ਕਰੋ। ਹੌਲੀ ਹੌਲੀ ਸਾਡੇ ਸਰੀਰ ਟ੍ਰੇਨਡ ਹੋ ਗਏ ਆ, ਉਹ 325 ਮਿਲੀਗ੍ਰਾਮ ਤੋਂ ਨਾਲ ਦੀ ਨਾਲ ਖਤਮ ਕਰ ਦਿੰਦੇ ਆ। ਉਹ ਜਿਹੜਾ ਬਾਕੀ 325 ਮਿਲੀਗ੍ਰਾਮ ਅਸਰ ਕਰਦਾ, ਉਹ ਜਦ ਉਹਨੇ ਚਿਰ 'ਚ ਹੀ ਕਰ ਜਾਂਦਾ ਜਿੰਨਾ ਚਿਰ ਸਰੀਰ ਉਹਨੂੰ ਖਤਮ ਨਹੀਂ ਕਰਦਾ। ਲੇਕਿਨ ਸਰੀਰ ਨੂੰ ਖਤਮ ਕਰਨ 'ਤੇ ਲੱਗਿਆ ਹੋਇਆ, ਤਾਂ ਹੀ ਉਹ 325 ਮਿਲੀਗ੍ਰਾਮ ਤੋਂ ਪਹਿਲਾਂ ਹੀ ਖਤਮ ਕਰ ਦਿੰਦਾ ਜਾਣ ਸਾਰ ਹੀ। ਉਹਨੂੰ ਕੰਮ ਕਰਨ ਦਾ ਮੌਕਾ ਹੀ ਨਹੀਂ ਦਿੰਦਾ। ਅਸੀਂ ਧੱਕੇ ਨਾਲ ਓਵਰਡੋਜ਼ ਦਿੰਦੇ ਹਾਂ, ਡਬਲ ਡੋਜ਼ ਦੇ ਦਿੱਤੀ, ਤਾਂ ਕਿ ਸਰੀਰ ਨੂੰ ਅਸੀਂ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿੰਨੇ ਸਰੀਰ ਆਫਟਰ ਆਲ ਉਹਨੂੰ ਖਤਮ ਕਰਦਾ ਟਾਈਮ ਲੱਗੇਗਾ ਨਾ, ਤਦ ਤੱਕ ਉਹ ਆਪਣਾ ਕੰਮ ਕਰ ਜਾਂਦੀ ਹੈ, ਬੁਖਾਰ ਉਤਾਰ ਦਿੰਦੀ ਹੈ। ਧੋਖਾ ਤਾਂ ਹੀ ਦੇ ਕੇ ਅਸੀਂ ਤਾਂ ਆਪਣੇ ਆਪ ਨੂੰ ਬੜੇ ਸਮਾਰਟ ਸਮਝ ਲਿਆ ਵੀ ਅਸੀਂ ਬੜੇ ਸਮਾਰਟ ਹਾਂ। ਲੇਕਿਨ ਕੀ ਹੋਇਆ? ਧੋਖਾ ਸਾਡੇ ਨਾਲ ਹੀ ਹੋ ਗਿਆ ਕਿ ਬੁਖਾਰ ਉਤਰ ਗਿਆ। ਬੁਖਾਰ ਚੜ੍ਹਿਆ ਹੋਇਆ ਸੀ ਤਾਂ ਸਰੀਰ ਆਪਣਾ ਅੰਦਰੋਂ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਕੁਦਰਤ ਆਪਣਾ ਪੂਰਾ ਜੰਗ ਸੀਗੀ ਡਿਕਲੇਅਰ ਕੀਤੀ ਹੋਈ। ਜਿਹੜਾ ਵਾਰ ਹੁੰਦਾ, ਇਹ ਕਿਹਾ ਜਾਂਦਾ ਕਿ ਇਟਸ ਜਿਹੜਾ ਫੀਵਰ ਹੈ, ਇਟਸ ਏ ਵਾਰ ਔਨ ਦਾ ਡਿਜ਼ੀਜ਼, ਕਿ ਬਿਮਾਰੀ ਦੇ ਖਿਲਾਫ ਸਰੀਰ ਨੇ ਜੰਗ ਡਿਕਲੇਅਰ ਕੀਤੀ ਹੋਈ ਹੈ। ਅਤੇ ਸਰੀਰ ਦਾ ਇਕੱਲਾ ਇਕੱਲਾ ਕਣ ਜਿਹੜਾ ਉਹ ਠੀਕ ਕਰਨ ਲਈ ਯਤਨਸ਼ੀਲ ਹੈ। ਜਦੋਂ ਅਸੀਂ ਬੁਖਾਰ ਉਤਾਰਤਾ ਤਾਂ ਹਥਿਆਰ ਖੋਲ੍ਹਿਆ, ਜਿਵੇਂ ਫੌਜੀ ਦਾ ਹਥਿਆਰ ਖੋਲ੍ਹੋ ਕਿ ਉਹਨੂੰ ਕਹੋ ਲੜ, ਤੂੰ ਖਾਲੀ ਹੱਥੀਂ ਲੜ। ਤਾਂ ਇਹ ਸਾਰਾ ਸਿਸਟਮ ਸਾਨੂੰ ਸਮਝਣ ਦੀ ਲੋੜ ਹੈ ਕਿ ਅਲਾਮਤਾਂ ਨੂੰ ਦਬਾਉਣਾ ਸਿਰਫ ਉਦੋਂ ਹੀ ਕਰਨਾ ਹੈ ਜਦੋਂ ਅੱਤ ਹੋ ਗਈ ਅਤੇ ਬਰਦਾਸ਼ਤ ਤੋਂ ਬਾਹਰ ਹੋ ਰਿਹਾ, ਜਾਂ ਕੋਈ ਨੁਕਸਾਨ ਹੋਣ ਦਾ ਡਰ ਹੈ, ਬਸ। ਨਹੀਂ ਤਾਂ ਨਹੀਂ। ਉਹ ਹਾਲਾਤ ਆਮ ਤੌਰ 'ਤੇ 10% ਤੋਂ ਵੱਧ ਨਹੀਂ ਹੁੰਦੇ। 90% ਅਸੀਂ ਫਾਲਤੂ ਹੀ ਸ਼ੌਕੀਆ ਹੀ ਐਵੇਂ ਚੌੜ 'ਚ ਹੀ ਖਾਈ ਜਾਂਦੇ ਹਾਂ। ਉਹ ਕਹਿੰਦੇ ਤੁਸੀਂ ਲੋਕ ਦੇਖੋਗੇ ਚੌੜ 'ਚ ਸਿਰ ਦੁਖ ਰਿਹਾ ਜੀ, ਪੈਰਾਸਟਾਮੋਲ ਖਾ ਲਓ। ਸਰੀਰ ਟੁੱਟ ਰਿਹਾ ਜੀ, ਪੈਰਾਸਟਾਮੋਲ ਖਾ ਲਓ। ਪਹਿਲਾਂ ਪੁਰਾਣੀਆਂ ਮਸ਼ਹੂਰ ਹੁੰਦੀਆਂ ਸੀ, ਐਨਾਸੀਨ ਸੀ, ਸੈਰੀਡੋਨ ਸੀ। ਜਿਹੜੇ ਪੁਰਾਣੇ ਬੰਦੇ ਬੈਠੇ ਉਹਨਾਂ ਯਾਦ ਹੋਣਾ, ਪਤਾ ਨਹੀਂ ਅੱਜ ਕੱਲ੍ਹ ਵੀ ਵਿਕਦੀਆਂ ਹੁਣ ਸ਼ਾਇਦ। ਉਹ ਪਿੰਡਾਂ ਦੀ ਦੁਕਾਨਾਂ 'ਤੇ ਅਵੇਲੇਬਲ ਸੀ, ਲੋਕ ਖਾਈ ਜਾਂਦੇ ਜੀ, ਬੱਲਿਆ ਐਨਾਸੀਨ ਦਾ ਪੱਤਾ ਦੇ। ਅੱਜ ਕੱਲ੍ਹ ਵੀ ਉਹ ਬੱਸਾਂ 'ਚ ਹਰੇ ਪੱਤੇ ਵਾਲੀ ਗੋਲੀਆਂ ਵਿਕਦੀਆਂ ਨੇ, 10-10 ਰੁਪਏ ਦਾ ਪੱਤਾ। ਉਹ ਡੰਗਰਾਂ 'ਚ ਬੈਨ ਹੈ। ਉਹ ਬੜਾ 10 ਦਾ ਪੱਤਾ ਵਿਕ ਰਿਹਾ ਨਾ, ਹਰੇ ਪੱਤੇ ਵਾਲਾ, ਡੰਗਰਾਂ 'ਚ ਬੈਨ ਕੀਤੀ ਹੋਈ ਆ। ਉਹ ਡੰਗਰਾਂ ਨੂੰ ਨਹੀਂ ਦੇਣੀ, ਬੰਦਿਆਂ ਨੂੰ ਦੇਈ ਜਾਂਦੇ। ਉਹ ਡੰਗਰਾਂ 'ਚ ਪਤਾ ਲੱਗ ਗਿਆ ਵੀ ਇਹ ਗੁਰਦੇ ਫੇਲ ਕਰਦੀ ਹੈ ਅਤੇ ਸਾਰਾ ਸਿਸਟਮ ਖਰਾਬ ਕਰਦੀ ਹੈ। ਬੰਦਿਆਂ 'ਚੋਂ ਕਿਤੇ ਨਹੀਂ ਕਿਸੇ ਨੇ ਕੀਤੀ ਸਟੱਡੀ, ਬੰਦਿਆਂ 'ਚ ਅਜੇ ਵੀ ਦੇਈ ਜਾਂਦੇ ਆ ਵੀ ਜਿਵੇਂ ਡੰਗਰ ਅਤੇ ਬੰਦੇ ਕੋਲ ਅਲੱਗ-ਅਲੱਗ ਨੇ। ਅਤੇ ਦੇਖੋ, ਇੱਕ ਦਵਾਈ ਡੰਗਰਾਂ 'ਚ ਬੈਨ ਹੈ, ਮੱਝ ਨੂੰ ਤੁਸੀਂ ਦੇ ਸਕਦੇ, ਗਾਂ ਨੂੰ ਨਹੀਂ ਦੇ ਸਕਦੇ, ਬੰਦੇ ਨੂੰ ਦੇ ਰਹੇ ਹੋ। ਤਾਂ ਇਹੋ ਜਿਹਾ ਕੰਮ ਹੈ ਜਿਹੜਾ ਸਾਡਾ ਦਵਾਈਆਂ ਵਾਲਾ। ਤਾਂ ਇਹਦੇ 'ਚ ਕੀ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ, ਉਹ ਇੱਕ ਸਿਸਟਮ ਹੈ ਕਿ ਅਲਾਮਤਾਂ ਦਬਾ ਦਿਓ, ਅਤੇ ਅਲਾਮਤਾਂ ਦਬਾ ਕੇ ਕੀ ਹੋਏਗਾ? ਜਾਂ ਤਾਂ ਬਿਮਾਰੀ ਪੁਰਾਣੀ ਹੋ ਜਾਏਗੀ, ਜਾਂ ਕੋਈ ਨਾ ਕੋਈ ਨੁਕਸਾਨ ਕਰੇਗੀ। ਔਰ ਤੀਜਾ, 3 ਨੁਕਸਾਨ ਹੋਣਗੇ ਉਹਦੇ। ਇੱਕ ਤਾਂ ਬਿਮਾਰੀ ਜਿਹਨੇ ਠੀਕ ਹੋ ਜਾਣਾ ਸੀਗਾ 2 ਦਿਨ, 4 ਦਿਨ, 5 ਦਿਨ 'ਚ, ਉਹ ਲੰਬੀ ਹੋ ਜਾਏਗੀ, ਜਾਂ ਉਹ ਨੁਕਸਾਨ ਕਰ ਜਾਏਗੀ। ਕਿਉਂਕਿ ਬਿਮਾਰੀ ਦਾ ਜਿਹੜਾ ਕੁਦਰਤ ਦਾ ਅੰਦਰਲਾ ਡਾਕਟਰ ਸੀ, ਉਹਨੂੰ ਤਾਂ ਫੇਲ ਕਰਤਾ ਤੁਸੀਂ ਅਲਾਮਤ ਦਬਾ ਕੇ। ਅਤੇ ਤੀਜਾ ਨੁਕਸਾਨ ਕੀ ਹੋਏਗਾ? ਉਹਦੇ ਰਿਐਕਸ਼ਨ ਹੋਏਗਾ। ਦਵਾਈਆਂ ਦੇ ਰਿਐਕਸ਼ਨ ਨਾਲ ਅਤੇ ਦਵਾਈਆਂ ਦੇ ਸਾਈਡ ਇਫੈਕਟ ਨਾਲ ਲੱਖਾਂ ਲੋਕ ਮਰਦੇ ਆ ਦੁਨੀਆ 'ਚ, ਲੱਖਾਂ, ਹਰ ਸਾਲ, ਹਜ਼ਾਰਾਂ ਨਹੀਂ, ਲੱਖਾਂ।
ਔਰ ਪੂਰੀ ਦੁਨੀਆ ਦੇ ਵਿੱਚ ਹਾਰਟ ਅਟੈਕ ਤੋਂ ਬਾਅਦ, ਬ੍ਰੇਨ ਸਟ੍ਰੋਕ ਤੋਂ ਬਾਅਦ ਅਤੇ ਕੈਂਸਰ ਤੋਂ ਬਾਅਦ ਚੌਥਾ ਸਭ ਤੋਂ ਵੱਡਾ ਮੌਤਾਂ ਦਾ ਕਾਰਨ ਦਵਾਈਆਂ ਨੇ, ਦਵਾਈਆਂ ਦੇ ਰਿਐਕਸ਼ਨ। ਸਾਡੇ ਤਾਂ ਅੰਕੜੇ ਸੁੱਖ ਨਾਲ ਹਿੰਦੁਸਤਾਨ ਤਾਂ ਹੈ ਹੀ ਨਹੀਂ, ਪਤਾ ਹੀ ਨਹੀਂ ਕਿੰਨੇ ਮਰਦੇ ਅਤੇ ਕਿੰਨੇ ਨਹੀਂ। ਅਮਰੀਕਾ ਦੇ ਵਿੱਚ ਲੱਖਾਂ ਬੰਦੇ ਮਰਦੇ ਆ ਇਕੱਲੇ 'ਚ, ਉੱਥੋਂ ਦੇ ਅੰਕੜੇ ਹੈਗੇ ਆ। ਔਰ ਰਿਕਾਰਡ ਨੇ ਪੂਰਾ ਐਨ ਲਿਖਿਆ, ਮੰਨਦੇ ਆ ਆਪਣੇ ਵੀ ਹਾਂ ਇੰਨੇ ਲੱਖ ਬੰਦਾ ਸਾਡਾ ਮਰ ਗਿਆ ਦਵਾਈਆਂ ਕਰਕੇ। ਸੋ ਇਹ ਜਿਹੜਾ ਪੈਰਲਲ ਆ ਰਿਹਾ ਸਿਸਟਮ ਫੰਕਸ਼ਨਲ ਮੈਡੀਸਨ ਦਾ ਜਾਂ ਇੰਟੈਗਰੇਟਡ ਮੈਡੀਸਨ ਦਾ, ਉਹਦੀ ਆਪਾਂ ਸਾਰਾਂਸ਼ ਸਮਝੀਏ। ਅੰਗਰੇਜ਼ੀ ਦਾ ਲਫ਼ਜ਼ ਹੈ ਫੰਕਸ਼ਨ ਦਾ ਮਤਲਬ ਹੈ ਕਿ ਸਰੀਰ ਨੂੰ ਠੀਕ ਕਰਨਾ ਆਪਾਂ ਨੇ, ਬਿਮਾਰੀ ਨੂੰ ਨਹੀਂ। ਸਰੀਰ ਠੀਕ ਹੋ ਗਿਆ ਤਾਂ ਬਿਮਾਰੀ ਨਾਲ ਆਪੇ ਠੀਕ ਕਰ ਲਏਗਾ। ਬਿਮਾਰੀ ਇਕੱਲੀ ਠੀਕ ਹੁੰਦੀ ਵੀ ਨਹੀਂ, ਇਹ ਸਿੱਧ ਹੋ ਗਿਆ। ਸ਼ੂਗਰ ਬਾਰੇ ਬੜੇ ਸਪਸ਼ਟ ਰੂਪ 'ਚ ਆ ਗਿਆ ਕਿ ਜਿਹੜਾ ਬੰਦਾ ਸ਼ੂਗਰ ਦੀਆਂ ਦਵਾਈਆਂ ਨਾਲ ਸ਼ੂਗਰ ਟਰੀਟ ਕਰਦਾ ਆਪਣੇ ਆਪ ਨੂੰ ਧੋਖਾ ਦੇ ਰਿਹਾ, ਉਹ ਨਹੀਂ ਠੀਕ ਹੁੰਦੀ। ਕਿਉਂਕਿ ਸਰੀਰ ਪੂਰਾ ਬਿਮਾਰ ਹੈ। ਸ਼ੂਗਰ ਉਹਦੀ ਇੱਕ ਸਿਰਫ ਅਲਾਮਤ ਹੈ। ਤੁਸੀਂ ਸ਼ੂਗਰ ਨੂੰ ਦਬਾ ਦਿੱਤਾ, ਉਹਦੀ ਰੀਡਿੰਗ ਤਾਂ ਘਟ ਗਈ, ਸ਼ੂਗਰ ਦੀ ਰੀਡਿੰਗ ਤਾਂ ਘਟਾ ਲਈ ਤੁਸੀਂ, ਅਤੇ ਜਿਹੜਾ ਸ਼ੂਗਰ ਕਿੱਧਰ ਗਈ? ਉਹ ਸ਼ੂਗਰ ਕੋਈ ਨਿਕਲ ਥੋੜ੍ਹਾ ਗਈ ਸਰੀਰ 'ਚੋਂ ਬਾਹਰ, ਸ਼ੂਗਰ ਦਾ ਉੱਥੇ ਹੀ ਹੈ। ਪਹਿਲਾਂ ਉਹ ਖੂਨ 'ਚ ਵੱਧ ਰਹੀ ਸੀਗੀ, ਫਿਰ ਉਹਨੇ ਕਿਸੇ ਖੂੰਜੇ 'ਚ ਲਾਤੀ, ਕਿਸੇ ਹਾਰਟ 'ਚ ਸਿੱਟਦੀ, ਕਿਸੇ ਲਿਵਰ 'ਚ ਸਿੱਟਦੀ, ਕਿਤੇ ਸਿੱਟਤੀ, ਉੱਥੇ ਬੈਠੀ ਔਰ ਨੁਕਸਾਨ ਕਰੇਗੀ। ਤਾਂ ਹੀ ਕੋਲੈਸਟਰੋਲ ਵਧੀ ਜਾਂਦੀ ਹੈ, TG ਵਧੀ ਜਾਂਦੇ ਹੈ, ਲੋਕਾਂ ਨੂੰ ਹਾਰਟ ਅਟੈਕ ਹੋਈ ਜਾਂਦੇ ਹੈ। ਕੈਂਸਰ, ਹੁਣ ਤਾਂ ਕੈਂਸਰ ਤੱਕ ਵੀ ਆ ਗਿਆ ਵੀ ਕੈਂਸਰ ਵੀ ਜਿਹੜਾ ਉਹ ਵੀ ਇੱਦਾਂ ਹੀ ਬਣਦਾ। ਉਹ 'ਚ ਇੱਕ ਜਿਹੜਾ ਹੈਗਾ ਕਿ ਸਭ ਤੋਂ ਜਿਹੜਾ ਖਤਰਨਾਕ ਵਰਤਾਰਾ ਕੀ ਹੈ, ਉਹ ਹੈ ਗਲੂਕੋਸ ਦਾ, ਸ਼ੂਗਰ ਦਾ। ਕਿ ਉਹ ਖਾਣੇ ਜਿਹੜੇ ਸ਼ੂਗਰ ਨੂੰ ਤੇਜ਼ੀ ਨਾਲ ਵਧਾਉਂਦੇ ਆ, ਉਹ ਬਿਮਾਰ ਕਰਦੇ ਆ। ਕੋਈ ਵੀ ਖਾਣਾ ਜਿਸ 'ਚ ਸਾਡੇ ਖੂਨ 'ਚ ਗਲੂਕੋਸ ਇੱਕਦਮ ਉੱਪਰ ਨੂੰ ਜਾਵੇ, ਉਹ ਬਿਮਾਰ ਕਰਦੇ ਆ। ਇਹ ਪ੍ਰੂਵ ਹੋ ਗਈ ਗੱਲ, ਸਿੱਧ ਹੋ ਗਈ। ਹੁਣ ਸਾਡਾ ਫਰਜ਼ ਕੀ ਬਣਦਾ ਕਿ ਅਸੀਂ ਉਹ ਖਾਣੇ ਨਾ ਖਾਈਏ ਜਿਹੜੇ ਇੱਕਦਮ ਸ਼ੂਗਰ ਨੂੰ ਵਧਾਉਂਦੇ ਆ, ਅਤੇ ਖਾਣੇ ਉੱਦਾਂ ਦੇ ਖਾਈਏ ਜਿਹੜੇ ਸ਼ੂਗਰ ਨੂੰ ਹੌਲੀ ਵਧਾਉਂਦੇ। ਸ਼ੂਗਰ ਤਾਂ ਵਧਾਉਣੀ ਪੈਣੀ ਹੈ, ਉਹ ਸ਼ੂਗਰ ਤਾਂ ਚਾਹੀਦੀ ਸਰੀਰ ਨੂੰ। ਸ਼ੂਗਰ ਬਾਰੇ ਸਾਰਿਆਂ ਨੂੰ ਪਤਾ, ਸ਼ੂਗਰ ਦਾ ਰੋਲ ਕੀ ਹੈ ਬਾਡੀ 'ਚ, ਸ਼ੂਗਰ ਕੀ ਕਰਦੀ ਹੈ, ਸ਼ੂਗਰ ਕਾਹਦੇ ਲਈ ਚਾਹੀਦੀ ਸਾਨੂੰ। ਸ਼ੂਗਰ ਜਿਹੜੀ ਹੈ ਇਹ ਉੱਦਾਂ ਹੀ ਹੈ ਜਿਵੇਂ ਆਪਾਂ ਸਕੂਟਰ 'ਚ ਪੈਟਰੋਲ ਪਵਾ ਲਿਆ, ਡੀਜ਼ਲ ਪਵਾ ਲਿਆ, ਤਾਂ ਸਾਡਾ ਇਹ ਫਿਊਲ ਹੈ, ਸਾਨੂੰ ਊਰਜਾ ਦਿੰਦਾ। ਉਹਦੇ ਤੋਂ ਬਿਨਾਂ ਅਸੀਂ ਇੱਕ ਮਿੰਟ ਨਹੀਂ ਜਿਉਂਦੇ ਰਹਿ ਸਕਦੇ। ਮੇਰਾ ਸਾਹ ਚੱਲ ਰਿਹਾ ਅਤੇ ਇਸ ਕਰਕੇ ਚੱਲ ਰਿਹਾ ਕਿ ਮੇਰੇ ਸਰੀਰ 'ਚ ਸ਼ੂਗਰ ਜਿਹੜੀ ਹੈ ਉਹ ਲਗਾਤਾਰ ਊਰਜਾ ਪੈਦਾ ਕਰ ਰਹੀ ਹੈ। ਉਹਨੂੰ ਬਰਨਿੰਗ ਕਹਿ ਸਕਦੇ ਆਪਾਂ। ਉਹ ਬਰਨਿੰਗ ਜਿਹੜੀ ਹੈ ਉਹ ਸਰੀਰ ਦੀ ਸ਼ਬਦਾਵਲੀ 'ਚ ਵੱਖਰੀ ਕਿਸਮ ਦੀ ਬਰਨਿੰਗ ਹੈ। ਜਿਵੇਂ ਆਪਾਂ ਬਾਹਰ ਲੱਕੜ ਡਾ ਦਿੰਦੇ ਚੁੱਲ੍ਹੇ 'ਚ ਅਤੇ ਅੱਗ ਬਲਦੀ ਹੈ, ਇੱਦਾਂ ਦੀ ਬਰਨਿੰਗ ਅੰਦਰ ਵੀ ਹੁੰਦੀ ਹੈ, ਉਹਨੂੰ ਬਰਨਿੰਗ ਹੀ ਕਹਿੰਦੇ ਆ। ਉਹ ਜਦੋਂ ਸ਼ੂਗਰ ਬਰਨ ਹੁੰਦੀ ਅੰਦਰ ਜਾ ਕੇ, ਤਾਂ ਉਹ ਕੀ ਕਰਦੀ ਹੈ, ਊਰਜਾ ਪੈਦਾ ਕਰਦੀ ਹੈ। ਉਹ ਊਰਜਾ ਫਿਰ ਸਾਡੇ ਸਾਰੇ ਸਿਸਟਮ ਨੂੰ ਚਲਾਉਂਦੀ ਹੈ। ਉਹ ਦਿਲ ਨੂੰ ਵੀ ਚਲਾਉਂਦੀ ਹੈ, ਉਹ ਸਾਹ ਨੂੰ ਵੀ ਚਲਾਉਂਦੀ ਹੈ, ਉਹ ਆਪਾਂ ਗੱਲਾਂ ਕਰ ਰਹੇ ਹਾਂ ਉਦੋਂ ਵੀ ਚਲਾਉਂਦੀ ਹੈ। ਸਾਰਾ ਕੰਮ ਕੌਣ ਕਰਦਾ? ਉਹ ਸ਼ੂਗਰ ਤੋਂ ਪੈਦਾ ਹੋਈ ਊਰਜਾ।